ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਸਤਿਕਾਰਯੋਗ ਸਰਬ ਸ਼ਕਤੀਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੁਬਾਰਕ ਚਰਨਾਂ ਦਾ ਆਨੰਦ ਪ੍ਰਾਪਤ ਕਰ ਰਹੇ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਜੀ ਦਾ ਪੁੱਤਰ ਅਜੈ ਸਿੰਘ, ਬਾਬਾ ਜੀ ਦੇ ਸਾਥੀ ਜਰਨੈਲ ਆਲੀ ਸਿੰਘ, ਗੁਲਾਬ ਸਿੰਘ ਬਖਸ਼ੀ, ਰਾਮ ਸਿੰਘ, ਬਾਜ ਸਿੰਘ, ਫਤਿਹ ਸਿੰਘ, ਸ਼ਹੀਦਾਂ ਦੇ ਸਥਾਨ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਦੀਆਂ ਸਮੂਹ ਸੰਗਤਾਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵੱਲੋਂ ਥਾਪੇ ਗਏ ਪੰਥ ਦੇ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸ਼ਹੀਦੀ ਸਥਾਨ ਤੇ ਯਾਦ ਕਰ ਰਹੀਆਂ ਸੰਗਤਾਂ ਚੰਗੇ ਨਸੀਬਾਂ ਵਾਲੀਆਂ ਹੋ। ਆਪ ਜੀ ਨੇ ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਸਤਵਿੰਦਰ ਸਿੰਘ ਸਰਤਾਜ ਜੀ ਦੇ ਕੋਲੋਂ ਸਾਹਿਬ ਦੀ ਬਾਣੀ ਦਾ ਕੀਰਤਨ ਸੁਣਿਆ। ਸਮਾਂ ਹੈ ਸਤਿਗੁਰੂ ਦੇ ਥਾਪੇ ਜਰਨੈਲ ਦੇ ਜਨਮ ਦੀ ਕਥਾ ਵਿਚਾਰ ਤੇ ਬਾਣੀ ਦੇ ਬਚਨਾਂ ਦੀ ਸਾਂਝ ਕਰਨ ਦਾ। ਚੰਗੇ ਭਾਗਾਂ ਵਾਲੇ ਹੋ, ਬਾਣੀ ਸੁਣ ਰਹੇ ਹੋ, ਸੇਵਾ ਕਰ ਰਹੇ ਹੋ। ਜਿੱਥੇ ਆਪ ਜੀ ਬੈਠੇ ਹੋ ਹਾਜ਼ਰ ਸਰੀਰ ਕਰਕੇ, ਉੱਥੇ ਨਾਲ ਦੀ ਨਾਲ ਆਪਣਾ ਦਿਲ ਵੀ ਸਤਿਗੁਰੂ ਦੇ ਚਰਨਾਂ ਤੇ ਰੱਖਿਓ। ਆਓ ਫਤਿਹ ਦੀ ਸਾਂਝ ਕਰੀਏ। ਸਾਹਿਬ ਕਿਰਪਾ ਕਰਨ, ਆਪਣੇ ਬਚਨਾਂ ਦੀ ਇਤਿਹਾਸ ਦੀ ਵਿਚਾਰ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲੈਣ। ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਸਿਰਮੌਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ। ਸਾਰੀਆਂ ਸੰਗਤਾਂ ਸਤਿਗੁਰੂ ਦੀਆਂ ਸਿੱਖਿਆਵਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਨਾਲ ਸਾਂਝ ਕਰ ਰਹੀਆਂ। ਸਾਹਿਬ ਦੀ ਬਾਣੀ ਦਾ ਉਪਦੇਸ਼ ਹੈ, ਦੁਨੀਆ 'ਚ ਰਹਿੰਦਾ ਪ੍ਰਾਣੀ ਸਤਿਗੁਰੂ ਦੇ ਕੋਲੋਂ ਦਾਤਾਂ ਮੰਗਦਾ ਹੈ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇ। ਮਾਨ ਦੁਨੀਆ ਦੇ ਵਿੱਚ ਮਾਣ ਸਨਮਾਨ, ਤਾਣ ਸ਼ਕਤੀ, ਧਨ ਔਰਤ, ਧਨ ਲਖਮੀ ਸੁਤ ਦੇ। ਮਾਇਆ ਤੇ ਪੁੱਤਰਾਂ ਦੀ ਦਾਤ ਸਤਿਗੁਰੂ ਦੇ ਅਕਾਲ ਪੁਰਖ ਦੇ ਘਰ ਤੋਂ ਹਰ ਪ੍ਰਾਣੀ ਇਹ ਦਾਤਾਂ ਮੰਗਦਾ ਹੈ। ਤੇ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ, ਪੁੱਤਨੀ ਗੰਢ ਪਵੇ ਸੰਸਾਰ। ਸੋ ਸੰਸਾਰ ਦੇ ਇਤਿਹਾਸਕਾਰਾਂ ਨੇ ਇਹ ਦਿਨ ਮੰਨਿਆ। ਬਾਬਾ ਜੀ ਦਾ ਜਨਮ ਦਿਹਾੜਾ। ਜਦੋਂ ਆਪਾਂ ਇਤਿਹਾਸ ਦੀ ਪੜਚੋਲ ਕਰਦੇ ਹਾਂ ਤੇ ਬਹੁਤ ਸਾਰੇ ਫਾਰਸੀ ਦੇ ਇਤਿਹਾਸਕਾਰ, ਮਾਧੋ ਦਾਸ ਬਰਾਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੀ ਰਚਨਾ ਕਰਦੇ ਆ। ਬੇਸ਼ੱਕ ਮੁਸਲਮਾਨ ਇਤਿਹਾਸਕਾਰਾਂ ਨੇ ਇਸ ਸੂਰਬੀਰ ਯੋਧੇ ਨੂੰ ਬੜੇ ਖੋਟੇ ਬਚਨਾਂ ਦੀ ਤਰਜਮਾਨੀ ਕਰਕੇ ਨਵਾਜਿਆ, ਲਾਨਤੀ, ਸਾਗ ਆਦਿਕ ਦੀ ਵਰਤੋਂ ਕੀਤੀ ਹੈ। ਪਰ ਸਾਡੇ ਜੀਵਨ ਦੀ ਇਹ ਸੂਰਬੀਰ ਯੋਧਾ ਇੱਕ ਸਿੱਖਿਆ, ਜਿਨ੍ਹਾਂ ਦਾ ਜਨਮ
ਇਤਿਹਾਸਕਾਰਾਂ ਨੇ, ਕੁਝ ਇਤਿਹਾਸਕਾਰ 26 ਅਕਤੂਬਰ ਦਾ ਮੰਨਦੇ ਹੈ, ਕੁਝ ਇਤਿਹਾਸਕਾਰ 16 ਅਕਤੂਬਰ 1670 ਦਾ ਮੰਨਦੇ ਹੈ। ਆਪਾਂ ਜੀਵਨ ਤੇ ਝਾਤ ਪਾਉਣੀ ਹੈ, ਯਤਨ ਕਰਨਾ ਹੈ ਕਿ ਆਪਾਂ ਵੀ ਇਹ ਸੂਰਬੀਰ ਯੋਧੇ ਦੇ ਜੀਵਨ ਤੋਂ ਸਿੱਖਿਆ ਲੈ ਕੇ ਤੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਈਏ। ਆਪਾਂ ਵੀ ਆਪਣੀ ਸਾਂਝ ਗੁਰੂ ਸਾਹਿਬ ਦੇ ਨਾਲ ਪਾਉਣ ਦਾ ਯਤਨ ਕਰੀਏ। ਤੇ ਇਹ ਸੂਰਬੀਰ ਦਾ ਬਚਪਨ ਦਾ ਜਿਹੜਾ ਨਾਮ ਹੈ ਉਹ ਲਛਮਣ ਦਾਸ ਹੈ। ਜਦੋਂ ਆਪਾਂ ਡਾਕਟਰ ਸੋਹਣ ਸਿੰਘ ਦੀ ਲਿਖੀ ਪੁਸਤਕ ਅੰਗਰੇਜ਼ੀ ਦੇ ਵਿੱਚ ਬੰਦਾ ਦਾ ਪ੍ਰੇਮ ਪੜ੍ਹਦੇ ਹਾਂ, ਕਿਉਂਕਿ ਆਪਾਂ ਇਹ ਦਿਨ ਮੰਨ ਚੁੱਕੇ ਹਾਂ, ਪਰ ਕੋਈ ਪੱਕਾ ਸਰੋਤ ਇਤਿਹਾਸ ਦਾ ਨਹੀਂ, ਫਿਰ ਵੀ ਆਪਾਂ ਮੰਨਣਾ ਜ਼ਰੂਰੀ ਹੈ, ਕਿਉਂਕਿ ਸਤਿਗੁਰੂ ਦੇ ਬਖਸ਼ਿਸ਼ ਦਾ ਬਣਿਆ ਪਾਤਰ ਸੂਰਬੀਰ ਇਹ ਜਰਨੈਲ ਹੈ। ਡਾਕਟਰ ਜੀ ਲਿਖਦੇ ਹੈ ਕਿ ਲਛਮਣ ਦਾਸ ਦਾ ਜਿਹੜਾ ਜਨਮ ਹੈ ਉਹ 1670 ਤੋਂ ਪਹਿਲੋਂ ਹੋ ਚੁੱਕਾ ਹੈ। ਆਪਾਂ ਵਿਚਾਰ ਕਰੀਏ, ਕਿਉਂਕਿ ਲਛਮਣ ਦਾਸ ਦੀ ਜਿਹੜੀ ਜੀਵਨ ਦੀ ਮੁੱਢਲੀ ਘਟਨਾ ਪਹਿਲੀ ਘਟਦੀ ਹੈ ਉਹ ਹਿਰਨੀ ਦੇ ਸ਼ਿਕਾਰ ਵਾਲੀ ਹੈ। ਇਹ ਸੂਰਬੀਰ ਯੋਧਾ ਰਜੌਰੀ ਪੁੰਛ ਦੇ ਇਲਾਕੇ, ਰਜੌਰੀ ਦਾ ਪਹਿਲਾ ਨਾਮ ਸੀ ਰਾਜਾਵਾੜੀ, ਅਰਿਆਸੀ ਪਿੰਡ ਦੇ ਵਿੱਚ ਜਨਮ ਲੈਂਦਾ ਹੈ। ਰਾਮਦੇਵ ਭਾਰਦਵਾਜ ਜੋ ਤਛਲ ਕਿਲੇ ਦੇ ਕਿਲੇਦਾਰ ਸਨ, ਕਿਉਂਕਿ ਫਾਰਸੀ ਦੇ ਸਰੋਤ ਇਹ ਮਿਲਦੇ ਹੈ ਤਾਂ ਹੁਣ ਜਿਨ੍ਹਾਂ ਦਾ ਕੰਮ ਬਾਪ ਦਾ ਕਿਲੇਦਾਰੀ ਵੀ ਕਰਨੀ ਤੇ ਨਾਲ ਦੀ ਨਾਲ ਖੇਤੀਬਾੜੀ ਆਦਿਕ ਵੀ ਕਰਨੀ। ਹੁਣ ਜਦੋਂ ਆਪਾਂ ਇਹ ਮੰਨ ਲੈਂਦੇ ਹਾਂ ਕਿ ਲਛਮਣ ਦਾਸ ਦਾ ਜਨਮ ਜਿਹੜਾ ਹੈ 1670 ਦਾ ਹੈ, ਤੇ ਫਿਰ ਹੁਣ ਆਪਾਂ ਵੇਖੀਏ ਜਿਹੜਾ ਇਹਦਾ ਪਹਿਲਾ ਗੁਰੂ ਹੈ ਨਾ, ਜਾਨਕੀ ਪ੍ਰਸਾਦ, ਉਸ ਦੀ ਮੌਤ ਜਿਹੜੀ ਆ 1673 ਵਿੱਚ ਹੋ ਜਾਂਦੀ ਹੈ। ਤੇ ਹੁਣ ਤੁਸੀਂ ਅਨੁਮਾਨ ਇਹ ਲਾਇਓ ਕਿ 3 ਸਾਲਾਂ ਦਾ ਬੱਚਾ ਨਾ ਘੋੜਸਵਾਰੀ ਕਰ ਸਕਦਾ ਹੈ, ਨਾ ਤੀਰ ਅੰਦਾਜ਼ੀ ਕਰ ਸਕਦਾ ਹੈ, ਤੇ ਨਾ ਸ਼ਿਕਾਰ ਕਰ ਸਕਦਾ ਹੈ। ਹੁਣ ਕਿੱਤੇ ਦੇ ਵਿੱਚੋਂ ਇਹਨੂੰ ਲਛਮਣ ਦਾਸ ਨੂੰ ਸ਼ਿਕਾਰ ਕਰਨ ਦਾ ਸ਼ੌਂਕ ਹੈ। ਹੁਣ ਅੱਜ ਵੀ ਜਦੋਂ ਆਪਾਂ ਉਸ ਇਲਾਕੇ ਦਾ ਜਾਣਦੇ ਹਾਂ, ਤੱਕਦੇ ਹਾਂ, ਵੇਖਦੇ ਹਾਂ, ਤੇ ਜਿੱਥੇ ਲਛਮਣ ਦਾਸ ਨੇ ਹਿਰਨੀ ਦਾ ਸ਼ਿਕਾਰ ਕੀਤਾ ਸੀ, ਉਸ ਨਦੀ ਦਾ ਨਾਮ ਜਿਹੜਾ ਹੈ ਹਿਰਨੀ ਨਦੀ ਦੇ ਨਾਮ ਨਾਲ ਅੱਜ ਵੀ ਪ੍ਰਚਲਿਤ ਹੈ ਤੇ ਜਾਣਿਆ ਜਾਂਦਾ ਹੈ। ਇਹ ਰਵਾਇਤ ਹੈ ਕਿ ਜਦੋਂ ਕੋਈ ਪ੍ਰਾਣੀ ਆਪਣੇ ਇਸ਼ਟ ਨੂੰ ਧਾਰਿਆ ਕਰਦਾ ਹੈ ਤੇ ਉਸ ਦਿਨ ਤੇ ਉਸ ਦਾ ਜਨਮ ਮੰਨ ਲਿਆ ਜਾਂਦਾ ਹੈ। ਹੁਣ ਹਿਰਨੀ ਦਾ ਸ਼ਿਕਾਰ ਕਰਨਾ, ਘੋੜ ਅਸਵਾਰ ਵੀ ਚੰਗਾ ਹੋਣਾ ਚਾਹੀਦਾ ਹੈ, ਤੀਰ ਅੰਦਾਜ਼ ਵੀ ਚੰਗਾ ਹੋਣਾ ਚਾਹੀਦਾ ਹੈ। ਇਸ ਨੂੰ ਲੌਂਗ ਰੇਸ, ਲੰਮੀ ਦੌੜ ਵਾਲਾ ਸ਼ਿਕਾਰ ਕਿਹਾ ਜਾਂਦਾ ਹੈ, ਕਿਉਂਕਿ ਹਰਨ ਦੀ ਆਪਣੀ ਦੌੜ ਬਹੁਤ ਹੁੰਦੀ ਹੈ ਤੇ ਉਹਦੇ ਵਾਸਤੇ ਪ੍ਰਾਣੀ ਜਿਹੜਾ ਬੜਾ ਨਿਪੁੰਨ ਤੇ ਕਲਾਬਾਜ਼ ਚਾਹੀਦਾ ਹੈ। ਤੇ ਜੇ ਗੁਣ ਪਿਤਾ ਪੁਰਖੀ ਲਛਮਣ ਦਾਸ ਦੇ ਵਿੱਚ ਹੈ, ਜਦੋਂ ਇਹਨੇ ਇਹ ਮੰਨ ਲਿਆ ਜਾਵੇ ਕਿ ਇਹਦੀ ਉਮਰ ਉਸ ਵੇਲੇ 11-12 ਸਾਲ ਦੇ ਕਰੀਬ ਹੈ ਜਦੋਂ ਹਿਰਨੀ ਦਾ ਸ਼ਿਕਾਰ ਕੀਤਾ ਹੈ। ਹਿਰਨੀ ਦਾ ਸ਼ਿਕਾਰ ਕੀਤਾ, ਜਿੱਥੇ ਇਹਨੇ ਸ਼ਿਕਾਰ ਕੀਤਾ, ਜਦੋਂ ਉਸ ਹਿਰਨੀ ਦਾ ਸ਼ਿਕਾਰ ਕੀਤਾ, ਉਸ ਦੇ ਪੇਟ ਦੇ ਵਿੱਚੋਂ 2 ਬੱਚੇ ਨਿਕਲੇ, ਉਹ ਮਰ ਗਏ। ਅਰਜ਼ ਹੈ, ਬੇਨਤੀ ਕਰ ਦੇਵਾਂ, ਹਰਨ ਦਾ ਸ਼ਿਕਾਰ 2 ਤਰੀਕਿਆਂ ਲਈ ਕੀਤਾ ਜਾਂਦਾ, ਇੱਕ ਮਾਸ ਲਈ ਤੇ ਇੱਕ ਉਸ ਦੀ ਨਾਭੀ ਦੇ ਵਿੱਚੋਂ ਕਸਤੂਰੀ ਪ੍ਰਾਪਤ ਕਰਨ ਲਈ।
ਪਰ ਹੁਣ ਜਿਹੜਾ ਲਛਮਣ ਦਾਸ ਨੇ ਸ਼ਿਕਾਰ ਕੀਤਾ ਉਹ ਮਾਸ ਲਈ ਕੀਤਾ ਹੈ, ਤੇ ਜਿਹੜਾ ਕਸਤੂਰੀ ਦੀ ਪ੍ਰਾਪਤੀ ਲਈ ਹੁੰਦਾ ਹੈ ਉਸ ਦੇ ਵਿੱਚ ਹਰਨ ਨੂੰ ਮਾਰਿਆ ਨਹੀਂ ਜਾਂਦਾ, ਉਸ ਨੂੰ ਫੜ ਕੇ ਉਹਦੀ ਕਸਤੂਰੀ ਕੱਢੀ ਜਾਂਦੀ ਹੈ। ਹੰਡੇ ਹੇੜੇ ਦਾ ਰਾਗ ਸੁਣਾ ਕੇ, ਤੇ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਮਿਲਦੇ ਆ, ਜਦੋਂ ਸ਼ਿਕਾਰੀ ਹੰਡੇ ਹੇੜੇ ਦਾ ਰਾਗ ਸੁਣਾਉਂਦਾ ਹੈ ਤੇ ਹਰਨ ਉਸ ਰਾਗ ਨੂੰ ਸੁਣਨ ਵਾਸਤੇ ਦੌੜ ਕੇ ਆਉਂਦਾ ਤੇ ਆਪਣੇ ਜਾਲ ਦੇ ਅਨੁਸਾਰ ਉਹਨੂੰ ਪਕੜ ਲੈਂਦਾ ਤੇ ਉਹਦੀ ਕਸਤੂਰੀ ਕੱਢ ਲੈਂਦਾ। ਹੁਣ ਜਦੋਂ ਇਸ ਲਛਮਣ ਦਾਸ ਨੇ ਉਸ ਹਰਨੀ ਦਾ ਸ਼ਿਕਾਰ ਕੀਤਾ, ਬੱਚੇ ਮਰੇ, ਇਹਨੇ ਆਪਣਾ ਤੀਰ ਕਮਾਨ ਸੁੱਟ ਦਿੱਤਾ ਹੈ। ਇਹ ਨਾ ਹੁਣ ਮੰਨਣਾ ਪਵੇਗਾ ਕਿ ਇਹ ਲਛਮਣ ਦਾਸ ਮਨੋਰੋਗੀ ਬਣ ਕੇ ਘਰ ਆ ਗਿਆ ਹੈ ਮਾਂ ਬਾਪ ਦੇ ਕੋਲ, ਤੇ ਉਹਨਾਂ ਦਿਨਾਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਬਰਾਗੀਆਂ ਦਾ, ਉਦਾਸੀਆਂ ਦਾ ਜ਼ੋਰ ਸੀ। ਅੱਜ ਵੀ ਕਿਸੇ ਪ੍ਰਾਣੀ ਨੂੰ ਮਨੋਰੋਗ ਲੱਗ ਜਾਂਦਾ ਹੈ, ਉਸ ਦਿਨ ਤੋਂ ਇਹ ਚੁੱਪ ਵਿੱਚ ਅਧੀਨ ਹੋ ਗਿਆ, ਕਿਸੇ ਨਾਲ ਕੁਝ ਬੋਲਦਾ ਨਹੀਂ, ਸੋਚੀ ਲੱਗਾ ਰਹਿੰਦਾ ਹੈ। ਤੇ ਹੁਣ ਪਰ ਮਨੋਰੋਗ ਦਾ ਇਲਾਜ ਅੱਜ ਵੀ ਆਪਾਂ ਸਾਧੂਆਂ ਸੰਤਾਂ ਤੋਂ, ਜਾਦੂ ਟੂਣਿਆਂ ਤੋਂ, ਟੋਟਕਿਆਂ ਤੋਂ ਕਰਾਉਣ ਦੀ ਉਮੀਦ ਰੱਖਦੇ ਆ। ਤੇ ਲਛਮਣ ਦਾਸ ਦੀ ਮਾਤਾ ਨੇ ਜਿਹੜਾ ਜਨਕੀ ਪ੍ਰਸਾਦ ਸਾਧੂ ਬਰਾਗੀ ਉਸ ਇਲਾਕੇ 'ਚ ਆਇਆ ਸੀ, ਉਹਦੇ ਕੋਲ ਲੈ ਕੇ ਪੇਸ਼ਕਾਰੀ ਕੀਤੀ ਹੈ ਕਿ ਮੈਨੂੰ ਤੁਸੀਂ ਇਉਂ ਲੱਗਦਾ ਹੈ ਵੀ ਰੱਬ ਦੇ ਪਿਆਰੇ ਪੁੱਜੇ ਹੋਏ ਸਾਧੂ ਹੋ, ਤੇ ਇਹ ਜੋ ਬੱਚਾ ਹੈ ਇਹ ਬੋਲਦਾ ਨਹੀਂ, ਕੁਝ ਖਾਂਦਾ ਨਹੀਂ, ਪੀਂਦਾ ਨਹੀਂ, ਇਸ ਨੂੰ ਤੁਸੀਂ ਠੀਕ ਕਰ ਸਕਦੇ ਹੋ। ਫਿਰ ਹੁਣ ਵੇਖੀਏ, ਉਹਨਾਂ ਨੇ ਬਰਾਗੀ ਬਣਾ ਦਿੱਤਾ, ਆਪਣੇ ਨਾਲ ਲੈ ਲਿਆ, ਤੇ ਉਸ ਵੇਲੇ ਉਹਦਾ ਨਾਮ ਜਿਹੜਾ ਸੀ ਤਬਦੀਲ ਕਰ ਦਿੱਤਾ ਹੈ, ਮਾਧੋ ਦਾਸ ਰੱਖ ਦਿੱਤਾ ਹੈ। ਫਿਰ ਹੁਣ ਨਾਲ ਇਹ ਵੀ ਕਹਿ ਦਿੱਤਾ ਹੈ ਬੱਚਾ ਸਾਨੂੰ ਦੇ ਦਿਓ। ਉਹ ਬਰਾਗੀ ਬੱਚੇ ਨੂੰ ਨਾਲ ਲੈ ਕੇ ਤੇ ਚਾਲ ਚੱਲਦਾ, ਮੰਜ਼ਲਾਂ ਤੈਅ ਕਰਦਾ। ਰਿਆਸੀ ਦੇ ਏਰੀਏ ਦੇ ਵਿੱਚੋਂ ਕਸੂਰ ਜ਼ਿਲ੍ਹੇ ਦੇ ਵਿੱਚ ਇੱਕ ਸਥਾਨ ਹੈ, ਡੇਰਾ ਬਾਬਾ ਰਾਮ ਥਮਣ, ਉੱਥੇ ਲੈ ਕੇ ਪਹੁੰਚਦਾ। ਉਸ ਡੇਰੇ ਦੇ ਉੱਪਰ ਹੈ, ਉਸ ਦਾ ਕਬਜ਼ਾ ਸੀ, ਤੇ ਉਸ ਡੇਰੇ ਦੇ ਉੱਪਰ ਸਮੇਂ ਦੇ ਅਨੁਸਾਰ ਜੋਗੀ, ਉਦਾਸੀ, ਬਰਾਗੀ ਇਕੱਠੇ ਹੁੰਦੇ ਸਨ, ਤੇ ਡੇਰਿਆਂ ਦੇ ਕਬਜ਼ੇ ਲਈ ਲੜਾਈਆਂ ਵੀ ਹੁੰਦੀਆਂ ਤੇ ਗਿਆਨ ਚਰਚਾ ਵੀ ਹੁੰਦੀ। ਹੁਣ ਸਮਾਂ ਪਿਆ, ਵਿਸਾਖੀ ਦਾ ਦਿਨ ਸੀ, 1600 ਕਰੀਬ 72 ਦਾ। ਉੱਥੇ ਉਦਾਸੀ ਮੰਡਲੀ ਆਈ, ਤੇ ਜਿਹਦੇ ਵਿੱਚ ਸਮਰੱਥ ਰਾਮਦਾਸ ਨਾਮ ਦਾ ਪ੍ਰਾਣੀ ਉਦਾਸੀ ਆਇਆ। ਜਿਹੜਾ ਸਮਰੱਥ ਰਾਮਦਾਸ ਹੈ, ਇਸ ਨੇ ਸੰਗਤ ਕੀਤੀ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। 1631 ਦੇ ਵਿੱਚ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਨਕ ਮਤੇ ਸਾਹਿਬ ਤੋਂ ਵਾਪਸ ਪਰਤ ਰਹੇ ਹੈ, ਇੱਕ ਸ਼੍ਰੀਨਗਰ ਜੰਮੂ ਕਸ਼ਮੀਰ ਵਾਲਾ ਤੇ ਇੱਕ ਗੜਵਾਲ ਵਾਲਾ, ਉੱਥੇ ਸਮਰੱਥ ਰਾਮਦਾਸ ਨੇ ਸਤਿਗੁਰੂ ਦੀ ਸੰਗਤ ਕੀਤੀ, ਤੇ ਸਤਿਗੁਰੂ ਦੇ ਨੂਰਾਨੀ ਚਿਹਰੇ ਤੋਂ ਤੇ ਜਿਹੜੀ ਜੰਗੀ ਮਸ਼ਕ ਤੋਂ ਤੱਕ ਕੇ ਅਰਜ਼ ਕੀਤੀ ਕਿ ਸਤਿਗੁਰੂ ਜੀ, ਕਿ ਤੁਹਾਡੇ ਵੱਡੇ ਗੁਰੂ ਨਾਨਕ ਸਾਹਿਬ ਨੇ ਤੇ ਤਿਆਗ ਕੀਤਾ ਸੰਸਾਰ ਦਾ, ਤੇ ਤੁਸੀਂ ਇਹ ਜੰਗੀ ਮਸ਼ਕ, ਤਲਵਾਰ, ਨੇਜੇ, ਤੀਰ ਕਮਾਨ ਮੋਢੇ ਨਾਲ ਟੰਗਿਆ ਹੈ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਤਿਆਗ ਨਹੀਂ ਕੀਤਾ, ਮਾਇਆ ਦਾ ਤਿਆਗ ਕੀਤਾ। ਤੇ ਇਹ ਜਿਹੜੇ ਸ਼ਾਸਤਰ ਹੈ, ਇਹ ਗਰੀਬ ਦੀ ਰੱਖਿਆ ਤੇ ਜਰਮਾਣੇ ਦੀ ਭਖਿਆ, ਗਰੀਬ ਦੀ ਰਾਖੀ ਵਾਸਤੇ ਹੈ। ਤੇ ਸਮਰੱਥ ਰਾਮਦਾਸ ਨੇ ਕਹਿ ਦਿੱਤਾ ਸੀ, ਇਹਾਂ ਬਾਤ ਮੇਰੇ ਮਨ ਭਾਵਤੀ ਹੈ।
ਹੁਣ ਉਹ ਉਦਾਸੀ ਸਮਰੱਥ ਰਾਮਦਾਸ ਡੇਰਾ ਰਾਮ ਥੰਮਣ ਜਿਹੜਾ ਹੈ, ਬਾਬਾ ਰਾਮ ਥੰਮਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਾਸੀ ਦਾ ਪੁੱਤ ਭਰਾ ਹੈ, ਬੀਬੀ ਲੱਖੋ ਦਾ ਪੁੱਤਰ ਹੈ, ਤੇ ਜਿਸ ਦਾ ਇੱਕ ਸਥਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਖਜ਼ਾਲੇ ਦੇ ਵਿੱਚ ਵੀ ਹੈ। ਤੇ ਕੁਝ ਇਤਿਹਾਸਕ ਸਰੋਤ ਮਿਲਦੇ ਆ ਕਿ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਮਾਸੀ ਦਾ ਘਰ ਸੀ। ਹੁਣ ਉਸ ਡੇਰੇ ਦੇ ਵਿੱਚੋਂ ਜਦੋਂ ਉਦਾਸੀਆਂ ਬਰਾਗੀਆਂ ਦੀ ਆਪਸੀ ਗਿਆਨ ਚਰਚਾ ਹੋਈ ਤੇ ਜਿਹੜਾ ਜਨਕੀ ਪ੍ਰਸਾਦ ਬਰਾਗੀ ਸੀ ਉਹ ਸਮਰੱਥ ਰਾਮਦਾਸ ਤੋਂ ਹਾਰ ਗਿਆ। ਹੁਣ 11-12 ਸਾਲ ਦੀ ਉਮਰ ਦਾ ਮਾਧੋ ਦਾਸ ਬਰਾਗੀ ਵੇਖਦਾ ਜੇ ਘਰ ਛੱਡਿਆ ਹੀ ਹੈ ਤੇ ਜਿਹੜਾ ਪ੍ਰਾਣੀ ਹਾਰ ਗਿਆ ਮੈਂ ਉਹਦੇ ਕੋਲ ਕੀ ਲੈਣਾ ਹੈ। ਇਸ ਨੇ ਕੀ ਕੀਤਾ, ਜਨਕੀ ਪ੍ਰਸਾਦ ਦਾ ਸੰਗ ਛੱਡ ਕੇ ਤੇ ਮਾਧੋ ਦਾਸ ਬਰਾਗੀ ਦੇ ਸੰਗ ਜੁੜ ਗਿਆ। ਜਨਕੀ ਪ੍ਰਸਾਦ ਦਾ ਸੰਗ ਛੱਡ ਕੇ ਤੇ ਸਮਰੱਥ ਰਾਮਦਾਸ ਸੰਗ ਜੁੜ ਗਿਆ। ਹੁਣ ਪਹਿਲੋਂ ਤੇ ਸੀ ਉਹ ਬਰਾਗੀ, ਫਿਰ ਉਦਾਸੀ। ਤਾਂ ਹੁਣ ਇਸੇ ਤਰ੍ਹਾਂ ਜਦੋਂ ਆਪਾਂ ਇਤਿਹਾਸ ਦੀ ਪੜਚੋਲ ਕਰਦੇ ਹਾਂ ਤੇ ਉਦਾਸੀਆਂ ਦਾ ਟੋਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ 1690 ਈਸਵੀ ਨੂੰ ਆਇਆ, ਜਿਸ ਦੀ ਇਤਿਹਾਸ ਦੀ ਰਚਨਾ ਗਿਆਨੀ ਗਿਆਨ ਸਿੰਘ ਨੇ ਕੀਤੀ ਹੈ ਤਵਾਰੀਖ ਗੁਰੂ ਖਾਲਸਾ ਦੇ ਵਿੱਚ। ਤੇ ਉੱਥੇ ਪ੍ਰਸਿੱਧ ਹੋਇਆ ਕਿ ਉਸ ਉਦਾਸੀਆਂ ਦੇ ਟੋਲੇ ਦੇ ਵਿੱਚ ਮਾਧੋ ਦਾਸ ਬਰਾਗੀ ਵੀ ਹਾਜ਼ਰ ਸੀ, ਜਿਹੜਾ ਤੀਰ ਅੰਦਾਜ਼ੀ ਦਾ ਬਹੁਤ ਮਾਹਰ ਸੀ। ਹੁਣ ਜਨਕੀ ਪ੍ਰਸਾਦ ਦੀ ਮੌਤ ਹੋ ਜਾਂਦੀ ਹੈ 1673 ਵਿੱਚ ਤੇ ਇਹ ਸਮਰੱਥ ਰਾਮਦਾਸ ਸਾਹਿਬ, ਸਮਰੱਥ ਰਾਮਦਾਸ ਉਦਾਸੀ ਦਾ ਸੰਗ ਕਰਦਾ, ਸਫ਼ਰ ਕੱਟਦਾ, ਵੱਖ-ਵੱਖ ਥਾਵਾਂ ਤੇ ਜਾਂਦਾ ਹੈ। ਹੁਣ ਜਿਹੜਾ ਸਮਰੱਥ ਰਾਮਦਾਸ ਹੈ ਉਹ ਸ਼ਿਵਾਜੀ ਮਰਹੱਟੇ ਦਾ ਧਾਰਮਿਕ ਗੁਰੂ ਹੈ। ਹੁਣ ਇਹ ਮੰਜ਼ਲਾਂ ਕਰਦਾ ਕਰਦਾ ਕਨਖਲ ਦੇ ਵਿੱਚ ਵੀ ਜਾਂਦਾ ਹੈ ਤੇ ਮੰਜ਼ਲਾਂ ਨੂੰ ਤੈਅ ਕਰਦਾ ਹੋਇਆ ਪਹੁੰਚ ਜਾਂਦਾ ਹੈ ਪੰਚਵਟੀ ਦੇ ਵਿੱਚ, ਮਹਾਰਾਸ਼ਟਰ ਪ੍ਰਾਂਤ ਦੇ ਵਿੱਚ। ਹੁਣ ਉੱਥੇ 1683 ਦੇ ਵਿੱਚ ਸਮਰੱਥ ਰਾਮਦਾਸ ਦੀ ਮੌਤ ਹੋ ਜਾਂਦੀ ਹੈ ਤੇ ਉਹ ਉਦਾਸੀ ਨੂੰ ਛੱਡ ਕੇ ਤੇ ਉੱਥੇ ਆਪਣਾ ਇਸ਼ਟ ਮੰਨਦਾ ਹੈ ਇਹ ਮਾਧੋ ਦਾਸ ਬਰਾਗੀ ਔਗੜਨਾਥ ਜੋਗੀ ਨੂੰ। ਔਗੜਨਾਥ ਜੋਗੀ ਦੀ ਇਹਨੇ ਬੜੀ ਸੇਵਾ ਕੀਤੀ ਸ਼ਰਧਾ ਦੇ ਨਾਲ, ਤੇ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਨੂੰ ਪੁਸਤਕ ਦਿੱਤੀ ਜਿਹਦੇ ਵਿੱਚ ਬਹੁਤ ਸਾਰੇ ਜੰਤਰ ਮੰਤਰ ਤੇ ਤੰਤਰ ਸਨ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਇਸ ਨੂੰ ਪਾ ਕੇ ਸਬਰ ਵਿੱਚ ਰਹੀਂ। ਹੁਣ 1696 ਦੇ ਵਿੱਚ ਜਿਹੜਾ ਔਗੜਨਾਥ ਜੋਗੀ ਸੀ ਉਹਦੀ ਮੌਤ ਹੋ ਜਾਂਦੀ ਹੈ ਤੇ ਇਸ ਨੇ ਆਪਣਾ ਡੇਰਾ ਨੰਦੇੜ ਦੇ ਨੇੜੇ ਕਾਇਮ ਕਰ ਲਿਆ। ਤੇ ਹੁਣ ਆਪਾਂ ਇਹ ਵੇਖਣਾ ਹੋਵੇਗਾ ਕਿ 1696 ਤੋਂ ਲੈ ਕੇ 1708 ਤੱਕ ਕਰੀਬ 12-13 ਸਾਲ ਇਹਨੇ ਜੋਗੀ ਬਣ ਕੇ ਆਪਣੀਆਂ ਰਿੱਧੀਆਂ ਸਿੱਧੀਆਂ ਨੂੰ ਕਾਇਮ ਕੀਤਾ ਤੇ ਕਿਸੇ ਵੀ ਪੁਰਸ਼ ਨੂੰ ਸਮਝਿਆ ਨਹੀਂ। ਆਪਣੇ ਆਏ ਡੇਰੇ ਦੇ ਵਿੱਚ ਹਰ ਪ੍ਰਾਣੀ ਦੀ ਆਪਣੀ ਜੋਗ ਮਤ ਤੰਤਰਕ ਤਾਕਤ ਦੇ ਨਾਲ ਬੇਅਦਬੀ ਕਰਨ ਦਾ ਯਤਨ ਕੀਤਾ ਹੈ। ਇਤਿਹਾਸਕ ਸਰੋਤ ਮਿਲਦੇ ਆ ਕਿ ਦਾਦੂ ਦੁਆਰੇ ਦੇ ਜਿਹੜਾ ਜੈਤਰਾਮ ਸਾਧੂ ਸੀ ਉਹਨੂੰ ਕੋਲ ਸੱਦ ਕੇ ਤੇ ਆਪਣੇ ਪਲੰਗ ਤੇ ਬਿਠਾ ਕੇ ਤੇ ਪਲੰਗ ਪਲਟਾ ਦਿੱਤਾ, ਉਸ ਦੀ ਤੌਹੀਨ ਕੀਤੀ। ਹੁਣ ਇੱਥੇ ਅਰਜ਼ ਹੈ, ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡ ਕੇ ਤੇ ਦਮਦਮਾ ਸਾਹਿਬ ਜਾਂਦੇ ਆ
ਉੱਥੋਂ ਦੱਖਣ ਦੇਸ਼ ਨੂੰ ਜਾਣ ਦਾ ਕਮਰ ਕੱਸਾ ਕਰਦੇ ਆ ਤੇ ਸੰਗਤਾਂ ਨੇ ਅਰਜ਼ ਕੀਤੀ, ਸਤਿਗੁਰੂ ਜੀ ਦੱਖਣ ਨੂੰ ਜਾ ਰਹੇ ਹੋ? ਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਰਵੇਸ਼ ਨੇ ਬਖਸ਼ਿਸ਼ ਕੀਤੀ, ਦੱਖਣ ਵੀ ਸਾਨੂੰ ਬਹੁਤ ਪਿਆਰਾ ਲੱਗਦਾ ਹੈ, ਉੱਥੇ ਕਈ ਕੰਮ ਸਵਰਨਗੇ। ਸਤਿਗੁਰੂ ਜੀ ਸੰਗਤਾਂ ਨੂੰ ਤਾਰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਲੀ ਵਿੱਚ ਆਉਣ ਦਾ ਵੀ ਇਤਿਹਾਸਕ ਸਰੋਤ ਮਿਲਦਾ ਹੈ। ਆਗਰੇ 'ਚ ਵੀ ਇਸੇ ਤਰ੍ਹਾਂ ਸੰਗਤਾਂ ਨੂੰ ਤਾਰਦੇ ਜਿਵੇਂ ਕਿ ਧੌਲਪੁਰ ਮਹਿਲਾਂ ਦੇ ਵਿੱਚ ਵੀ ਸਤਿਗੁਰੂ ਜੀ ਦੇ ਨਿਵਾਸ ਦੇ ਪੈਗਾਮ ਮਿਲਦੇ ਹੈ, ਸਰੋਤ ਮਿਲਦੇ ਇਤਿਹਾਸ ਦੇ। ਧੌਲਪੁਰ ਮਹਿਲਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਕਮਰ ਕੱਸੇ ਦੀ ਇੱਕ ਗੁਟਕਾ ਸਾਹਿਬ ਛੋਟੀ ਪੋਥੀ ਹੈ, ਅੱਜ ਵੀ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ। ਹੁਣ ਸਤਿਗੁਰੂ ਪਾਤਸ਼ਾਹ ਜਦੋਂ ਦੱਖਣ ਨੂੰ ਜਾਂਦੇ, ਦਾਦੂ ਦੁਆਰੇ ਜਾਂਦੇ ਐ ਤੇ ਉੱਥੇ ਜੈਤ ਰਾਮ ਦੇ ਨਾਲ ਮਲਾਪ ਹੁੰਦਾ। ਸੰਖੇਪ ਬੇਨਤੀ ਹੈ ਕਿਉਂਕਿ ਉੱਥੇ ਬਹੁਤ ਸਾਰੀ ਵਾਰਤਾ ਹੋਈ ਤੇ ਸਤਿਗੁਰੂ ਸਾਹਿਬ ਜੀ ਨੂੰ ਅਰਜ਼ ਕੀਤੀ ਜੈਤ ਰਾਮ ਨੇ, ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਬੇਨਤੀ ਆ ਆਪ ਜੀ ਦੱਖਣ ਨੂੰ ਜਾ ਰਹੇ ਹੋ, ਪਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ, ਮਾਧੋਦਾਸ ਬਰਾਗੀ ਦੇ ਡੇਰੇ ਕਦੀ ਨਾ ਜਾਣਾ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਅਸੀਂ ਮਾਧੋਦਾਸ ਬਰਾਗੀ ਨੂੰ ਜਾਣਦੇ ਹਾਂ, ਪਹਿਲਾਂ ਵੀ ਮਿਲੇ ਹਾਂ ਕਨਖਲ ਦੇ ਸਥਾਨ ਤੇ। ਸਤਿਗੁਰੂ ਜੀ ਦੇ ਨਾਲ ਮਿਲਾਪ ਕਦੋਂ ਹੋਇਆ ਸੀ? ਕਨਖਲ ਦੇ ਸਥਾਨ ਤੇ ਮਾਧੋਦਾਸ ਬਰਾਗੀ ਦਾ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਹਰਾਦੂਨ ਤੋਂ ਵਾਪਸ ਪਰਤਦੇ ਆ ਮਸੰਦਾਂ ਦੀ ਸੁਧਾਈ ਕਰਕੇ, ਤੇ ਉਸ ਥਾਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਾਧੋਦਾਸ ਬਰਾਗੀ ਦਾ ਮਿਲਾਪ ਹੋਇਆ। ਹੁਣ ਮੈਂ ਦਾਸ ਇਹ ਬੇਨਤੀ ਕਰਨ ਦੀ ਅਰਜ਼ ਕਰ ਰਿਹਾ ਕਿ ਹੁਣ ਵੇਖੀਏ, ਜਿਹੜਾ ਜਨਕੀ ਪ੍ਰਸਾਦ ਹੈ ਉਹ ਵੀ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਜਾਣੂ ਹੈ, ਤੇ ਜਿਹੜਾ ਸਮਰੱਥ ਰਾਮਦਾਸ ਹੈ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਹੈ, ਜਿਹਦਾ ਸੰਗ ਕਰਕੇ ਇਹ ਨਾਸਕ ਪੰਚਵਟੀ ਪਹੁੰਚਦਾ ਹੈ। ਤੇ 1696 ਤੋਂ ਬਾਅਦ ਨੰਦੇੜ ਦੇ ਨੇੜੇ ਇਹਨੇ ਡੇਰਾ ਪਾਇਆ, ਬਹੁਤ ਸਾਰੀਆਂ ਸ਼ਕਤੀਆਂ ਹਾਸਲ ਕੀਤੀਆਂ, ਕਰਾਮਾਤੀ ਸ਼ਕਤੀਆਂ, ਕਿਉਂਕਿ ਅੱਜ ਹਰ ਪ੍ਰਾਣੀ ਚਾਹੁੰਦਾ ਮੇਰੇ ਕੋਲ ਤਾਕਤ ਆਵੇ ਤੇ ਮੈਂ ਤਾਕਤ ਦੀ ਦੁਰਵਰਤੋਂ ਕਰਾਂ, ਤੇ ਕਰਦੇ ਵੀ ਹੈ। ਤੇ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ, ਅੱਜ ਕਿਸੇ ਕੋਲ ਪ੍ਰਾਣੀ ਦੇ ਕੋਲ ਤਾਕਤ ਹੈ ਦੁਨਿਆਵੀ ਅਹੁਦੇਦਾਰੀਆਂ ਦੀ, ਤੇ ਦੁਰਵਰਤੋਂ ਕਰਨ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਸਾਹਿਬ ਦੀ ਬਾਣੀ ਦਾ ਉਪਦੇਸ਼, ਜਿਸ ਕਾ ਰਾਜ ਤਿਸੈ ਕਾ ਸੁਪਨਾ। ਹਕੂਮਤੀ ਸਮੇਂ ਦਾ ਰਾਜਾ ਭਾਵੇਂ ਛੋਟਾ ਹੈ ਭਾਵੇਂ ਵੱਡਾ ਹੈ, ਰਾਤ ਨੂੰ ਆਇਆ ਸੁਪਨਾ ਵੀ ਪੂਰਾ ਕਰਨ ਦੀ ਉਮੀਦ ਰੱਖਦਾ ਹੈ। ਤੇ ਹੁਣ ਆਪਾਂ ਅੱਜ ਇਹ ਪ੍ਰਣ ਕਰਨਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਤੋਂ ਇਹ ਸਿੱਖਿਆ ਧਾਰਨ ਕਰਨੀ ਹੈ ਕਿ ਆਪਾਂ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲਿਆਉਣਾ, ਆਪਣੇ ਦੁਨਿਆਵੀ ਅਹੁਦਿਆਂ ਦਾ ਕਦੀ ਹੰਕਾਰ ਨਹੀਂ ਕਰਨਾ। ਅਰਜ਼ ਹੈ ਦੁਨਿਆਵੀ ਅਹੁਦੇ ਤੇ ਸਮਾਂ ਪਾ ਕੇ ਖਤਮ ਹੋ ਜਾਂਦੇ, ਉਹਨਾਂ ਦੀ ਕੋਈ ਵੈਲਿਊ ਕੋਈ ਤਾਕਤ ਨਹੀਂ ਰਹਿੰਦੀ। ਪਰ ਜਿਹੜਾ ਸਤਿਗੁਰੂ ਦੀ ਬਖਸ਼ਿਸ਼ ਦੇ ਅਨੁਸਾਰ ਅਹੁਦਾ ਪ੍ਰਾਪਤ ਹੁੰਦਾ ਹੈ, ਉਸ ਦੀ ਸਦੀਵੀ ਤਾਕਤ ਹੈ। ਹੁਣ ਇਹ ਮਾਧੋਦਾਸ ਬਰਾਗੀ ਸਤਿਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਿਆ, ਤਾਂ ਹੀ ਪੂਰਾ ਸਿੱਖ ਸਮਾਜ ਜਿੱਥੇ ਜਿੱਥੇ ਇਹਦੀਆਂ ਸਿੱਖਿਆਵਾਂ ਜਦੋਂ ਕੋਈ ਪੜ੍ਹਦਾ ਹੈ ਤੇ ਯਾਦ ਕਰਦਾ ਹੈ। ਤੇ ਤਾਂ ਹੀ ਅੱਜ ਆਪਾਂ ਉਸਤਤੀ ਕਰ ਰਹੇ ਹਾਂ ਕਿ ਸਤਿਗੁਰੂ ਦੀ ਉਸਤਤੀ ਦੇ ਵਿੱਚ ਲੱਗ ਗਿਆ ਆਪਣੀਆਂ ਸਾਰੀਆਂ ਤਾਕਤਾਂ ਨੂੰ ਗਵਾ ਕੇ। ਇਤਿਹਾਸਕਾਰ ਲਿਖਦੇ ਹੈ ਕਿ ਔਗੜਨਾਥ ਜੋਗੀ ਦੇ ਕੋਲੋਂ ਇਹਨੇ ਉਹ ਪੁਸਤਕ ਤੋਂ ਵਿੱਚੋਂ ਤਾਂਤਰਿਕ ਵਸਤੂਆਂ ਹਾਸਲ ਕਰਕੇ ਤੇ ਤੌਹੀਨ ਕਰਨ ਦਾ ਦਾਅਵਾ ਕੀਤਾ ਸੀ, ਤੇ ਕੀਤੀ ਵੀ ਹੈ ਬਹੁਤ ਸਾਰਿਆਂ ਦੀ ਤੌਹੀਨ। ਪਰ ਹੁਣ ਇੱਥੇ ਜਦੋਂ ਇਹ ਜੋਗੀ ਬਣਿਆ
ਇਹਦੇ ਦਿਲ ਦੇ ਵਿੱਚੋਂ ਰਾਜ ਸੀ ਸਤਾ, ਰਾਜਿਆਂ ਵਾਂਗੂ ਪਲੰਘ ਲਾ ਕੇ ਬੈਠਣ ਦੀ ਅਜੇ ਉਹ ਰਾਜਸੀ ਸਤਾ ਜਿਹੜੀ ਸੀ ਉਹ ਮੁੱਕੀ ਨਹੀਂ। ਤੇ ਹੁਣ ਵੇਖੀਏ ਕਈ ਭਰਾ ਇਹ ਵਿਚਾਰ ਦਿੰਦੇ ਆ ਕਿ ਉਹ ਮਾਧੋ ਦਾਸ ਬਰਾਗੀ ਜਿਨੇ ਗੁਰੂ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਮੈਂ ਅੱਗੇ ਜਾ ਕੇ ਬੇਨਤੀ ਕਰਨਾ ਹੈ, ਹੁਣ ਸਤਿਗੁਰੂ ਦਾ ਮਿਲਾਪ ਇੱਥੇ ਹੁੰਦਾ ਹੈ। ਮਾਧੋ ਦਾਸ ਬਰਾਗੀ ਦੇ ਡੇਰੇ ਸਤਿਗੁਰੂ ਜੀ ਪਹੁੰਚਦੇ ਆ, ਅਸਲ ਵਿੱਚ ਉਹਦਾ ਸੁਧਾਰ ਕਰਨ ਲਈ ਪਹੁੰਚਦੇ ਆ। ਅੱਜ ਵੀ ਉਸ ਪਾਸੇ ਦੇ ਉਸ ਇਲਾਕੇ ਦਾ ਜਦੋਂ ਆਪਾਂ ਦੌਰਾ ਕਰਦੇ ਆ ਤੇ ਮਾਧੋ ਦਾਸ ਬਰਾਗੀ ਦਾ ਨਾਮ ਬੜਾ ਪ੍ਰਚਲਿਤ ਹੈ। ਆਪਣੇ ਬੱਚਿਆਂ ਨੂੰ ਕਿਸੇ ਦਾ ਬੱਚਾ ਡਰਦਾ ਹੈ ਤੇ ਉਹਦੇ ਨਾਮ ਨੂੰ ਯਾਦ ਕੀਤਾ ਜਾਂਦਾ, ਮਾਧੋ ਦਾਸ ਬਰਾਗੀ ਨੂੰ। ਤੇ ਹੁਣ ਜਦੋਂ ਸਤਿਗੁਰੂ ਸਾਹਿਬ ਜੀ ਆਪਣੇ ਸਿੰਘਾਂ ਦੇ ਲਾਮ ਲਸ਼ਕਰ ਦੇ ਸਮੇਤ ਇਸ ਦੇ ਡੇਰੇ ਵਿੱਚ ਪਹੁੰਚਦੇ ਤੇ ਤਰੀਕ ਬਣਦੀ ਹੈ 3 ਸਤੰਬਰ 1708। ਅੱਜ ਸਾਰਿਆਂ ਦੇ ਕੋਲ ਸਾਡੇ ਫੋਨ ਹੈ ਕਿ ਉਸ ਦਿਨ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ। ਜਦੋਂ ਆਪਾਂ ਉਸ ਦੀ ਪਿਛਾਂ ਦੀ ਬਿਰਤੀ ਫੋਨ ਨੂੰ ਪਿਛਲੇ ਪਾਸੇ ਲੈ ਕੇ ਜਾਂਦੇ ਹਾਂ ਤੇ ਆਪੋ ਆਪਣੇ ਫੋਨਾਂ ਦੇ ਵਿੱਚ ਉਹ ਤਰੀਕ ਚੈੱਕ ਕਰ ਸਕਦੇ ਹੋ, ਤੁਸੀਂ ਵੇਖ ਸਕਦੇ ਹੋ ਕਿ 3 ਸਤੰਬਰ 1708 ਵਾਲੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਾਧੋ ਦਾਸ ਬਰਾਗੀ ਦਾ ਮਿਲਾਪ ਹੁੰਦਾ ਹੈ। ਆਪਣੀਆਂ ਪੂਰੀਆਂ ਤਾਕਤਾਂ ਵਰਤੀਆਂ, ਜਿਹੜੇ 5 ਵੀਰ ਇਹਨੇ ਵਸ ਕੀਤੇ ਸੀ ਤਾਂਤਰਕ, ਉਹ ਸਾਰੇ ਫੇਲ ਹੋ ਗਏ। ਹੁਣ ਜਦੋਂ ਸਾਰੇ ਫੇਲ ਹੋ ਗਏ ਤੇ ਸਤਿਗੁਰੂ ਦੇ ਚਰਨਾਂ ਦੇ ਉੱਪਰ ਢਹਿ ਪੈਂਦਾ ਹੈ। ਤੇ ਹੁਣ ਆਪਾਂ ਦੀ ਵੀ ਫਰਿਆਦ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਹੋਣੀ ਚਾਹੀਦੀ ਹੈ, ਮੇਲ ਲੈਹੋ ਦਇਆਲ ਢਹਿ ਪਏ ਦਵਾਰਿਆਂ, ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਤੇ ਫਿਰ ਹੁਣ ਜੇ ਪ੍ਰਾਣੀ ਸਤਿਗੁਰੂ ਦਾ ਦਿੱਤਾ ਅੰਨ ਪਾਣੀ ਖਾ ਕੇ ਬਦ ਫੈਲੀ ਕਰਦਾ ਹੈ, ਸਤਿਗੁਰੂ ਦੇ ਹੁਕਮ ਨੂੰ ਮੰਨਦਾ ਨਹੀਂ, ਦਿਲ ਦੇ ਵਿੱਚ ਅਹੰਗਤਾ ਗਵਾਉਂਦਾ ਨਹੀਂ, ਤੇ ਸਾਹਿਬ ਕਿਰਪਾ ਕਰਦੇ ਆ ਖਾਏ ਖਾਏ ਕਰੇ ਬਦ ਫੈਲੀ, ਖਾ ਕੇ ਬਦ ਫੈਲੀ ਕਰਦਾ ਤੇ ਜਾਣ ਵਿਸੂ ਕੀ ਵਾੜੀ ਜੀਓ, ਨਿਵਾਸ ਜ਼ਹਿਰ ਦੀ ਬਗੀਚੀ ਚ ਹੋਏਗਾ। ਹੁਣ ਜਦੋਂ ਸਾਰੀਆਂ ਸ਼ਕਤੀਆਂ ਹੋ ਗਈਆਂ ਇਹਦੀਆਂ ਫੇਲ, ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਅਰਜ਼ ਕਰਦਾ, ਮਹਾਰਾਜ ਆਪ ਜੀ ਕੌਣ? ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਤੂੰ ਨਹੀਂ ਜਾਣਦਾ? ਕਿਉਂਕਿ ਅਭਿਆਸੀ ਸੀ, ਜਰਾ ਦਿਲ ਚ ਝਾਤ ਪਾ ਤੇ ਕਹਿ ਦਿੱਤਾ ਆਪ ਗੁਰੂ ਗੋਬਿੰਦ ਸਿੰਘ ਹੋ। ਤੇ ਫਿਰ ਮਹਾਰਾਜ ਦੇ ਹਜ਼ੂਰ ਜਦੋਂ ਸਿੰਘਾਂ ਦਾ ਸਰੂਪ ਤੱਕਿਆ, ਸਤਿਗੁਰੂ ਜੀ ਦਾ ਨੂਰਾਨੀ ਚਿਹਰਾ ਤੱਕਿਆ, ਇਹ ਮਹਾਰਾਜ ਦੀ ਬਖਸ਼ਿਸ਼ ਹੈ। ਜਦੋਂ ਸਤਿਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਸੇਵਕ ਹਾਜ਼ਰ ਹੋਵੇ, ਆਪਾਂ ਮਹਾਰਾਜ ਨੂੰ ਮਸਤਕ ਝੁਕਾਉਨੇ ਆ, ਬਖਸ਼ਿਸ਼ ਲੈਣ ਵਾਸਤੇ ਹੋਈਏ ਹਾਜ਼ਰ। ਦੁਨਿਆਵੀ ਮੰਗਾਂ ਜਿੱਥੇ ਮੰਗਦੇ ਆ ਉਹ ਮੰਗ ਕਰੀਏ ਸਤਿਗੁਰੂ ਦੇ ਚਰਨਾਂ 'ਚ। ਸਾਮਤ ਦੇਹ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਸਤਿਗੁਰੂ ਜੀ ਐਸੀ ਦਾਤ ਬਖਸ਼ੋ, ਐਸੀ ਅਕਲ ਬੁੱਧ ਦੀ ਦਾਤ ਬਖਸ਼ੋ, ਜਿਸ ਅਕਲ ਬੁੱਧ ਦੇ ਨਾਲ ਆਪਾਂ ਤੁਹਾਨੂੰ ਯਾਦ ਕਰਦੇ ਰਹੀਏ, ਤੇ ਐਸੀ ਦਾਤ ਬਖਸ਼ੋ ਆਪਾਂ ਆਪਾ ਗਵਾ ਦਈਏ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੇ। ਜਿਹੜਾ ਆਪਣੇ ਆਪ ਨੂੰ ਚੰਗਾ ਬਾਹਲਾ ਸਦਾਉਂਦਾ ਹੈ, ਚੰਗਿਆਈ ਕਦੀ ਉਸ ਦੇ ਨੇੜੇ ਢੁੱਕਦੀ ਨਹੀਂ। ਤੇ ਫਿਰ ਹੁਣ ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਮਾਧੋ ਦਾਸ ਬਰਾਗੀ ਨੇ ਅਰਜ਼ ਕੀਤੀ, ਮਹਾਰਾਜ ਕਰੋ ਸਤਿਗੁਰੂ ਜੀ ਕਿਰਪਾ, ਮੈਨੂੰ ਵੀ ਆਪਣਾ ਬੰਦਾ ਬਣਾ ਲਓ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਬੰਦਾ ਤਾਂ ਹੀ ਆ ਜੇ ਬੰਦਿਆਂ ਵਾਲੇ ਕੰਮ ਕਰੇ ਤਾਂ ਬੰਦਾ ਹੈ। ਤੇ ਹੁਣ ਆਓ ਆਪਾਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਲੈ ਲਈਏ।
ਸਾਹਿਬ ਨੇ ਕਿਰਪਾ ਕੀਤੀ ਆ, ਬੰਦਾ ਹੋਏ ਸੋ ਬੰਦਗੀ ਗਹਿ। ਬੰਦਾ ਤਾਂ ਹੀ ਆ ਜੇ ਧਿਆਨ ਇਹਦਾ ਬੰਦਗੀ ਵੱਲ ਹੋਵੇ ਤੇ ਤਾਂ ਬੰਦਾ ਹੈ, ਤੇ ਜੇ ਧਿਆਨ ਹੰਕਾਰ ਵਿੱਚ ਹੈ ਤੇ ਫਿਰ ਇਹ ਬੰਦਾ ਨਹੀਂ। ਹੰਕਾਰ ਕਿਸੇ ਵੀ ਕੰਮ ਦਾ ਹੰਕਾਰ ਜਿਹੜਾ ਹੈ ਉਹ ਪ੍ਰਾਣੀ ਨੂੰ ਟੇਢੀਆਂ ਜੂਨਾਂ ਵਾਲੇ ਪਾਸੇ ਲੈ ਕੇ ਜਾਂਦਾ। ਭਾਵੇਂ ਜੰਤਰਾਂ ਮੰਤਰਾਂ ਦਾ ਹੰਕਾਰ, ਭਾਵੇਂ ਅਹੁਦਿਆਂ ਦਾ ਹੰਕਾਰ, ਹਰ ਕਿਸਮ ਦਾ ਹੰਕਾਰ ਜਿਹੜਾ ਉਹ ਪ੍ਰਾਣੀ ਨੂੰ ਥੱਲੇ ਕਰ ਦਿੰਦਾ ਹੈ। ਜੰਮਣ ਤੇ ਮਰਨ ਦੇ ਦੁੱਖਾਂ ਦਾ ਮੂਲ ਕਾਰਨ ਬਣਦਾ। ਸਾਹਿਬ ਪੰਚਮ ਪਾਤਸ਼ਾਹ ਦੀ ਬਾਣੀ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸ਼ਤਰੰ ਦ੍ਰਿੜੰਤ ਅਨਕ ਮਾਇਆ ਵਿਸਤੀਰਨ ਹੈ ਆਵੰਤ ਜਾਵੰਤ ਥਕੰਤ ਜੀਆ। ਹੁਣ ਜੰਮਣ ਤੇ ਮਰਨ ਦੇ ਦੁੱਖਾਂ ਦਾ ਮੂਲ ਕਾਰਨ ਹੰਕਾਰ ਹੈ। ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੰਕਾਰੀ ਪਾਪੀ ਆਤਮਾ ਜੰਮਣ ਤੇ ਮਰਨ ਦੇ ਦੁੱਖਾਂ ਦਾ ਮੂਲ ਕਾਰਨ ਬਣ ਜਾਂਦਾ। ਹੰਕਾਰ ਮਿੱਤਰੰ ਤਜੰਤ, ਮਿੱਤਰਾਂ ਨੂੰ ਛੱਡ ਦਿੰਦਾ। ਸ਼ਤਰੰਗ ਦ੍ਰਿੜੰਤ, ਦੁਸ਼ਮਣਾਂ ਨਾਲ ਸਾਂਝ ਪਾ ਲੈਂਦਾ। ਅਨਕ ਮਾਇਆ ਵਿਸਤੀਰਨ ਹੈ। ਅਸਲ ਵਿੱਚ ਪ੍ਰਾਣੀ ਦਾ ਦੁਸ਼ਮਣ ਬੰਦਾ ਨਹੀਂ ਹੁੰਦਾ। ਸਾਡੇ ਦੁਸ਼ਮਣ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਦਵੈਤ, ਚੁਗਲੀਏ ਸਾਡੇ ਦੁਸ਼ਮਣ ਹੈ। ਤੇ ਇਹਨਾਂ ਦਾ ਤਿਆਗ ਕਰਕੇ ਆਪਾਂ ਗੁਰੂ ਮਿੱਤਰ ਨਾਲ ਸਾਂਝ ਪਾਉਣੀ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ, ਸਾਹਿਬ ਜੀ ਕਰਿਓ ਕਿਰਪਾ, ਮੈਨੂੰ ਆਪਣਾ ਬੰਦਾ ਬਣਾ ਲਓ। ਹੁਣ ਇੱਥੇ ਅਰਜ਼ ਹੋਰ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਖੰਡੇ ਬਾਟੇ ਦੀ ਪੌਲ ਛਕਣ ਦਾ ਸਰੋਤ ਸਾਨੂੰ ਜਿਹੜਾ ਢਾਡੀ ਨੱਥਮਲ ਤੇ ਅਬਦੁੱਲਾ ਹੈ। ਅਬਦੁੱਲੇ ਦੀ ਰਚਨਾ ਹੈ ਅਮਰਨਾਮਾ ਫਾਰਸੀ ਦਾ। ਉਹਦੇ ਵਿੱਚੋਂ ਵੀ ਇਹ ਸਰੋਤ ਮਿਲਦਾ ਹੈ ਕਿ ਮਾਧੋ ਦਾਸ ਬਰਾਗੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਤੇ ਗੁਰੂ ਕਾ ਸਿੰਘ ਬਣਿਆ। ਹੁਣ ਉਸ ਅਮਰਨਾਮੇ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਿੱਖ ਭਾਈ ਨੰਦ ਲਾਲ ਬਾਦਸ਼ਾਹ ਬਹਾਦਰ ਸ਼ਾਹ ਦੀ ਅਰਜ਼ ਲੈ ਕੇ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ ਕਿ ਸਤਿਗੁਰੂ ਜੀ ਜੈਜੋਂ ਦੇ ਜੰਗ ਦੇ ਮੈਦਾਨ ਦੇ ਵਿੱਚ ਬਾਦਸ਼ਾਹ ਬਹਾਦਰ ਸ਼ਾਹ ਦੀ ਸਹਾਇਤਾ ਕਰੋ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ, ਮਹਾਰਾਜ ਦਾ ਮੇਰਾ ਭਰਿਆ ਬਚਨ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ। 300 ਨੇਜੇ ਵਾਲੇ ਸਿੰਘ ਬਾਦਸ਼ਾਹ ਬਹਾਦਰ ਸ਼ਾਹ ਦੀ ਸਹਾਇਤਾ ਲਈ ਭੇਜੇ ਤੇ ਜੰਗ ਜਿੱਤੀ ਗਈ। ਅਰਜ਼ ਹੈ ਕਿ ਹੁਣ ਇੱਥੇ ਜਿਹਨੂੰ ਆਪਾਂ ਲਾਲਾ ਦੌਲਤ ਰਾਏ ਆਰੀਆ ਨੂੰ ਬਹੁਤਾ ਪੜ੍ਹਿਆ ਤੇ ਬਹੁਤਾ ਵੰਡਿਆ, ਉਹਨੇ ਇੱਕ ਗੱਲ ਲਿਖ ਦਿੱਤੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕਰਕੇ ਖੰਡੇ ਬਾਟੇ ਦੀ ਪੌਲ ਨਹੀਂ ਛਕਾਈ ਕਿ ਦੇਹਧਾਰੀ ਸਿਲਸਿਲਾ ਖਤਮ ਨਹੀਂ ਕਰਨਾ ਚਾਹੁੰਦੇ ਸੀ। ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਉਦੋਂ ਹੋਰ ਖੁੱਲ੍ਹ ਜਾਂਦੀ ਹੈ ਜਦੋਂ ਡਾਕਟਰ ਗੰਡਾ ਸਿੰਘ ਜੀ ਨੇ ਅਹਿਮਦ ਸ਼ਾਹ ਬਟਾਲਵੀ ਦੀ ਪੁਸਤਕ ਤਾਰੀਖੇ ਪੰਜਾਬ ਦੇ ਵਿੱਚੋਂ ਚੈਪਟਰ ਕੱਢ ਕੇ ਸਾਹਮਣੇ ਰੱਖਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਮਾਧੋ ਦਾਸ ਬਰਾਗੀ ਨੇ ਖੰਡੇ ਬਾਟੇ ਦੀ ਪੌਲ ਛਕੀ ਤੇ ਮਹਾਰਾਜ ਨੇ ਦਰਜਾ ਦਿੱਤਾ ਸੀ ਗੁਰਬਖਸ਼ ਸਿੰਘ। ਤੇ ਗੁਰੂ ਕਾ ਬੰਦਾ ਜਾਣ ਕੇ ਚੱਲਣਾ ਹੈ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਇਹ ਮਾਧੋ ਦਾਸ ਬਰਾਗੀ ਅਰਜ਼ ਲੈ ਕੇ ਕਿ ਮਹਾਰਾਜ ਸਾਰਾ ਕੁਝ ਆਪਾ ਗਵਾ ਕੇ ਜੰਤਰ ਮੰਤਰ ਤੰਤਰ ਆਦਿਕ ਜਿਹੜੀਆਂ ਕਰਾਮਾਤੀ ਸ਼ਕਤੀਆਂ ਸਨ ਆਪਣਾ ਡੇਰਾ ਛੱਡ ਦਿੱਤਾ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਾਣੀ ਨੂੰ ਆਪਾ ਗਵਾਉਣਾ ਪੈਂਦਾ ਹੈ, ਆਪੇ ਨੂੰ ਮਾਰਨਾ ਪੈਂਦਾ। ਤੇ ਮਹਾਰਾਜ ਦੀ ਬਾਣੀ ਦਾ ਉਪਦੇਸ਼ ਹੈ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤਰਾਈ। ਆਪਾ ਮਾਰ ਕੇ ਆਪਾ ਗਵਾ ਕੇ
ਸਤਿਗੁਰੂ ਸਾਹਿਬ ਦੀ ਪ੍ਰਾਪਤੀ ਹੈ ਤੇ ਸਤਿਗੁਰੂ ਦੇ ਦਰਬਾਰ ਦੇ ਵਿੱਚੋਂ ਖੰਡੇ ਬਾਟੇ ਦੀ ਪੌਲ ਛਕੀ ਤੇ ਸਾਹਿਬ ਨੇ ਬਖਸ਼ਿਸ਼ ਕੀਤੀ ਗੁਰਬਖਸ਼ ਸਿੰਘ ਉਰਫ ਗੁਰੂ ਕਾ ਬੰਦਾ ਤੇ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਇਹ ਪ੍ਰਚਲਿਤ ਹੋਇਆ। ਹੁਣ ਸਤਿਗੁਰੂ ਪਾਤਸ਼ਾਹ ਨੇ 20 ਸਿੰਘ ਤੇ 5 ਪਿਆਰੇ ਸਿੰਘਾਂ ਦਾ ਜਥਾ ਜਿਹੜਾ ਸੀ ਪੰਜਾਬ ਦੀ ਧਰਤੀ ਵੱਲ ਨੂੰ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਹੈ, ਜਿਹਦੇ ਵਿੱਚ ਨਾਉ ਇਉਂ ਦਰਜ ਆਉਂਦੇ ਹੈ ਬਾਜ ਸਿੰਘ, ਬਨੋਦ ਸਿੰਘ, ਕਾਨ ਸਿੰਘ, ਰਣ ਸਿੰਘ ਆਦਿਕ ਸਿੰਘਾਂ ਦੇ ਨਾਂ ਹੈ ਤੇ ਨਾਲ 5 ਤੀਰ, ਨਿਸ਼ਾਨ ਸਾਹਿਬ ਤੇ ਨਗਾਰਾ। ਨਗਾਰਾ ਜਿਹੜਾ ਹੈ ਗੁਰਮੁਖ ਪਿਆਰਿਓ ਆਜ਼ਾਦ ਰਾਜ ਦੀ ਹੈਸੀਅਤ ਹੈ। ਤੇ ਹੁਣ ਸਤਿਗੁਰੂ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ, ਨਾਲ ਹੁਕਮਨਾਮੇ ਵੀ ਸਿੰਘਾਂ ਨੂੰ ਭੇਜੇ ਕਿ ਇਹਨੂੰ ਗੁਰੂ ਕਾ ਬੰਦਾ ਜਾਣ ਕੇ ਇਸ ਦੀ ਸਹਾਇਤਾ ਕਰਨੀ ਹੈ। ਤੇ ਹੁਣ ਆਪਾਂ ਸਾਰੀਆਂ ਸੰਗਤਾਂ ਜਾਣਦੀਆਂ ਤੇ ਆਮ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਉਸ ਬਰਾਗੀ ਨੇ ਗੁਰੂ ਕੇ ਲਾਲਾਂ ਦਾ ਬਦਲਾ ਲੈਣ ਵਾਸਤੇ ਪੰਜਾਬ ਦੀ ਧਰਤੀ ਨੂੰ ਚੜ੍ਹਾਈ ਕੀਤੀ। ਨਹੀਂ, ਬਦਲਾ ਹੁੰਦਾ ਹੈ, ਜੇ ਕਿਸੇ ਨੇ ਮੇਰੇ ਬਾਪ ਦਾ ਕਤਲ ਕੀਤਾ ਤੇ ਮੈਂ ਉਸ ਦੇ ਬਾਪ ਦਾ ਕਤਲ ਕਰ ਦਿੱਤਾ, ਉਹਨੂੰ ਬਦਲਾ ਕਿਹਾ ਜਾਂਦਾ। ਹੁਣ ਇਹ ਮਾਧੋ ਦਾਸ ਬਰਾਗੀ ਗੁਰੂ ਕਾ ਸਿੰਘ ਬਣਿਆ। ਬਾਬਾ ਬੰਦਾ ਸਿੰਘ ਬਹਾਦਰ ਮੰਜ਼ਲਾਂ ਤੈਅ ਕਰਦਾ ਦਿੱਲੀ ਦੇ ਕੋਲ ਸਿਰ ਖੰਡੇ ਪਿੰਡ ਦੇ ਵਿੱਚ ਪਹਿਲੋਂ ਸੋਨੀਪਤ ਦੇ ਹਾਕਮ ਨੂੰ ਜਿੱਤਿਆ। ਇਸੇ ਤਰ੍ਹਾਂ ਕਰਮਵਾਰ, ਸਢੌਰੀ, ਕਪੂਰੀ, ਕੈਂਥਲ ਤੇ ਸਮਾਣੇ ਤੇ ਜੀਂਦ ਆਦਿਕ ਨੂੰ ਜਿੱਤਦਾ ਹੋਇਆ ਸਰਹੰਦ ਤੇ ਫਤਿਹ ਪ੍ਰਾਪਤ ਕੀਤੀ ਹੈ। ਚੱਪਰ ਚਿਰੀ ਦੇ ਮੈਦਾਨ ਦੇ ਵਿੱਚ। ਤੇ ਹੁਣ ਆਪਾਂ ਇਹ ਵੇਖਿਆ, ਇਹ ਅਰਜ਼ ਹੈ ਕਿ ਜਿਨ੍ਹਾਂ ਨੇ ਲਿਖਿਆ ਕਿ ਸਤਿਗੁਰੂ ਦੇ ਪੁੱਤਰਾਂ ਦਾ ਲਾਲਾਂ ਦਾ ਬਦਲਾ ਲੈਣ ਵਾਸਤੇ ਆਇਆ ਸੀ, ਨਹੀਂ। ਜਦੋਂ ਆਪਾਂ ਇਤਿਹਾਸ ਦੀ ਪੜਚੋਲ ਕਰਦੇ ਹਾਂ ਤੇ ਗੁਰੂ ਕੇ ਸਿੰਘਾਂ ਨੇ ਸੁੱਚਾਨੰਦ ਨੂੰ ਮਾਰਿਆ, ਉਸ ਦੇ ਪੁੱਤਰ ਨੂੰ ਕੁਝ ਨਹੀਂ ਕਿਹਾ। ਵਜ਼ੀਰ ਖਾਂ ਮਾਰਿਆ, ਉਸ ਦੇ ਪੁੱਤਰ ਨੂੰ ਕੁਝ ਨਹੀਂ ਕਿਹਾ। ਜਦੋਂ ਇਤਿਹਾਸ ਦੀ ਪੜਚੋਲ ਕਰਦੇ ਆ ਤੇ ਇੰਨਾ ਸਨਮਾਨ ਕਿ ਜਿਹੜੇ ਮੁਸਲਮਾਨ ਭਰਾਵਾਂ ਦੀਆਂ ਮਸੀਤਾਂ ਸਨ ਉਹਨਾਂ ਨੂੰ ਛੇੜਿਆ ਤੱਕ ਨਹੀਂ, ਉਹਨਾਂ ਦਾ ਸਨਮਾਨ ਰੱਖਿਆ। ਤੇ ਹੁਣ ਇਹ ਬਖਸ਼ਿਸ਼ ਦਾ ਬਣਿਆ ਪਾਤਰ ਬਾਬਾ ਬੰਦਾ ਸਿੰਘ ਬਹਾਦਰ, ਜਿਨੇ ਸਿੱਖ ਰਾਜ ਕਾਇਮ ਕੀਤਾ ਹੈ, ਚੱਪਰ ਚਿਰੀ ਦੇ ਮੈਦਾਨ ਨੂੰ ਜਿੱਤਿਆ, ਵਜ਼ੀਰ ਖਾਂ ਮਾਰਿਆ ਗਿਆ। ਸਰਹੰਦ ਦਾ ਜ਼ਿਕਰ ਉਸ ਜ਼ਮਾਨੇ ਦਾ ਇਵੇਂ ਦਾ ਆਉਂਦਾ ਹੈ ਕਿ ਜਿਹੜਾ ਸਰਹੰਦ ਸੀ ਉਸ ਦੇ ਦਿਵਾਲੇ 28 ਪਰਗਣੇ ਸਨ ਤੇ 40 ਤੋਪਾਂ ਸਨ ਤੇ 49,000 ਫੌਜ ਪੈਦਲ ਤੇ ਘੋੜ ਸਵਾਰ ਸੀ ਵਜ਼ੀਰ ਖਾਂ ਦੇ ਕੋਲ। ਹੁਣ ਆਪਾਂ ਇਹ ਵੇਖਣਾ ਹੋਵੇਗਾ ਕਿ ਸਾਰੀਆਂ ਦਾਤਾਂ, ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਪ੍ਰਾਪਤ ਕਰਕੇ ਤੇ ਬੰਦਾ ਸਿੰਘ ਬਹਾਦਰ ਨੇ ਧਰਮੀ ਰਾਜ ਦੀ ਕਾਇਮ ਕੀਤਾ, ਧਰਮ ਦਾ ਰਾਜ, ਸਾਰਿਆਂ ਨੂੰ ਬਰਾਬਰ ਹੱਕ ਦਿਵਾਏ ਤੇ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਬਣਿਆ। ਆਪਾਂ ਵੀ ਮਹਾਰਾਜ ਦੀ ਮਿਹਰ ਤੇ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰੀਏ, ਦਿਲ ਦੇ ਵਿੱਚੋਂ ਆਪਾ ਗਵਾਈਏ, ਖੰਡੇ ਬਾਟੇ ਦੀ ਪੌਲ ਛਕ ਕੇ ਭਾਵ ਸਾਰਾ ਕੁਝ ਸਤਿਗੁਰੂ ਦੇ ਅਰਪਣ ਕਰ ਦਈਏ, ਸਰੀਰ ਭੇਟਾ ਕਰ ਦਈਏ, ਤਨ ਮਨ ਧਨ ਭੇਟਾ ਕਰ ਦਈਏ ਤੇ ਤਾਂ ਪ੍ਰਵਾਨ ਤੇ ਕਬੂਲ ਸਿੱਖ ਬਣਦੇ ਆ। ਹੁਣ ਉਸ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਮਾਣਾ ਸੀ, ਜਿਹੜਾ ਜਲਾਦਾਂ ਦਾ ਪਿੰਡ ਸੀ, ਕਿਉਂਕਿ ਸਾਰੇ ਜਲਾਦ ਸ਼ਾਸਲ ਬੇਗ, ਬਾਸ਼ਲ ਬੇਗ ਸਮਾਣੇ ਦੇ ਨਿਵਾਸੀ ਸਨ।
ਜਲਾਲੋਦੀਨ ਜਲਾਦ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਤਲਵਾਰ ਚਲਾਉਣ ਵਾਲਾ ਸਮਾਣੇ ਦਾ ਨਿਵਾਸੀ ਸੀ। ਪਿਤਾ ਗੁਰੂ ਤੇ ਅਰਜਨ ਦੇਵ ਸਾਹਿਬ ਮਹਾਰਾਜ ਤੇ ਜ਼ੁਲਮ ਕਰਨ ਵਾਲਾ ਜਲਾਦ ਸਮਾਣੇ ਦਾ ਨਿਵਾਸੀ ਸੀ। ਉਹ ਸਮਾਣੇ ਦੀ ਧਰਤੀ ਨੂੰ, ਜਿੱਥੇ ਸਰਹੰਦ ਨੂੰ ਫਤਿਹ ਕੀਤਾ ਹੈ, ਉਥੇ 1710 ਦੇ ਵਿੱਚ 1709 ਦੇ ਵਿੱਚ ਨਵੰਬਰ ਦੇ ਮਹੀਨੇ ਸਮਾਣੇ ਦੀ ਧਰਤੀ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਉਹ ਜਲਾਦਾਂ ਦਾ ਨਾਂ ਥੇ ਮੁਕਾ ਦਿੱਤਾ ਹੈ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਇਸ ਬੰਦਾ ਸਿੰਘ ਬਹਾਦਰ ਨੇ। ਤੇ ਹੁਣ ਆਓ ਆਪਾਂ ਸਤਿਗੁਰੂ ਪਾਤਸ਼ਾਹ ਦੇ ਸਿੱਖੀ ਦਾ ਸੁਨੇਹਾ ਲੈ ਲਈਏ। ਜਿਸ ਸਥਾਨ ਤੇ ਅੱਜ ਆਪਾਂ ਜੁੜੇ ਆ, ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਦੀ ਖੁਸ਼ੀ ਯਾਦ ਕਰ ਰਹੇ ਆ, ਆਏ ਆ। ਸਤਿਗੁਰੂ ਦੇ ਚਰਨਾਂ ਵਿੱਚ ਅਰਜ਼ ਕਰਨੀ ਹੈ ਕਿ ਸਾਹਿਬ ਕਰਿਓ ਕਿਰਪਾ, ਉਹਨਾਂ ਸੂਰਬੀਰ ਯੋਧਿਆਂ ਵਰਗੀ ਬਖਸ਼ਿਸ਼ ਸਾਡੇ ਤੇ ਵੀ ਕਰ ਦਿਓ। ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਸੁਨੇਹਾ ਅਸੂਲ ਹੈ, ਜਿਨੇ ਪ੍ਰਵਾਨ ਤੇ ਕਬੂਲ ਸਿੱਖ ਬਣਨਾ ਹੋਵੇ। ਖੰਡੇ ਬਾਟੇ ਦੀ ਪੌਲ ਛਕ ਕੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਭਾਈ ਸਾਹਿਬ ਜ਼ਿਕਰ ਕਰਦੇ ਹੈ ਗੁਰ ਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਭੁਣਹਣਾ ਚੱਲ ਨਾ ਸਕੇ ਉੱਪਰ ਕੀੜੀ। ਸਿੱਖੀ ਦਾ ਮਾਰਗ ਇੰਨਾ ਬਰੀਕ ਹੈ, ਗੁਰ ਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਖੰਡੇ ਦੀ ਧਾਰ ਵਾਂਗੂ ਤਿੱਖੀ ਤੇ ਭੀੜਾ ਰਸਤਾ, ਜਿਹਦੇ ਉੱਪਰ ਮੱਛਰ ਟਿਕ ਨਹੀਂ ਸਕਦਾ, ਕੀੜੀ ਚੱਲ ਨਹੀਂ ਸਕਦੀ। ਤੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਿੱਖ ਬਣਨ ਤੇ। ਇਹ ਅਸੂਲ ਦਿਲ ਵਿੱਚ ਧਾਰਨ ਕਰ ਲਏ। ਮਹਾਰਾਜ ਦਾ ਸੁਨੇਹਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ। ਪ੍ਰੇਮ ਦੀ ਗਲੀ ਵਿੱਚ ਖੇਡਣ ਦਾ ਚਾਅ ਹੈ। ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਰੱਖ ਕੇ। ਜ਼ਰੂਰੀ ਨਹੀਂ ਵੀ ਸਿਰ ਕੱਟ ਕੇ ਹੀ ਮਹਾਰਾਜ ਦੇ ਹਜ਼ੂਰ ਰੱਖਣਾ। ਇਹ ਸੀਸ ਨੂੰ ਗੁਰੂ ਕਾ ਸੀਸ ਸਿਰ ਸਮਝ ਕੇ ਚੱਲਣਾ। ਜਦੋਂ ਕੌਮ ਵਾਸਤੇ, ਦੇਸ਼ ਵਾਸਤੇ, ਸੰਗਤਾਂ ਦੇ, ਗਰੀਬਾਂ ਦੇ, ਅਨਾਥਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਜ਼ਰੂਰਤ ਪਵੇ, ਇਹਨੂੰ ਦੇ ਦੇਵੇ ਤੇ ਚਲਾ ਵੀ ਜਾਵੇ ਸਿਰ। ਤੇ ਦਿਲ ਦੇ ਵਿੱਚ ਕੋਈ ਗੁੱਸਾ ਨਹੀਂ, ਰੰਜਿਸ਼ ਨਹੀਂ। ਚਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਮਾਰਗ ਪੈਰ ਧਰੀਜੈ ਸਿਰ ਦੀਜੇ ਕਾਣ ਨਾ ਕੀਜੇ। ਸਿਰ ਚਲਾ ਜਾਵੇ, ਕੋਈ ਦਿਲ ਦੇ ਵਿੱਚ ਰੰਜਿਸ਼ ਨਹੀਂ, ਕੋਈ ਦੁੱਖ ਨਹੀਂ। ਸੋ ਆਪ ਜੀ ਆਏ ਹੋ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਥਾਨ ਤੇ ਅਰਜ਼ ਇਹੀ ਕਰਕੇ ਲੈ ਕੇ ਚੱਲਿਓ ਸਤਿਗੁਰੂ ਦੇ ਚਰਨਾਂ 'ਚੋਂ ਪਿਆਰ ਬਖਸ਼ਿਸ਼ ਕਿ ਸਤਿਗੁਰੂ ਜੀ ਕਰੋ ਕਿਰਪਾ। ਜਿਵੇਂ ਮਿਹਰ ਕੀਤੀ ਸੀ ਮਾਧੋ ਦਾਸ ਬਰਾਗੀ ਤੇ ਗੁਰਬਖਸ਼ ਸਿੰਘ ਬਣਾਇਆ ਤੇ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਪ੍ਰਚਲਿਤ ਹੋਇਆ, ਉਵੇਂ ਦੀਆਂ ਬਖਸ਼ਿਸ਼ਾਂ ਸਾਡੇ ਤੇ ਵੀ ਕਰ ਦਿਓ। ਤੇ ਆਪਾਂ ਸਤਿਗੁਰੂ ਜੀ ਤੁਹਾਡੀਆਂ ਸੰਗਤਾਂ ਦੀ, ਦੇਸ਼ ਦੀ, ਕੌਮ ਦੀ ਸੇਵਾ ਕਰਕੇ ਜੀਵਨ ਦਾ ਪੰਧ ਸਫਲ ਕਰ ਸਕੀਏ। ਤੇ ਹੁਣ ਇਹ ਬਖਸ਼ਿਸ਼ਾਂ ਤਾਂ ਹੀ ਮਿਲਣਗੀਆਂ ਜੇ ਸਾਡੇ ਦਿਲ ਦੀ ਸੱਧਰ ਤੇ ਪਿਆਰ ਇਹ ਹੋਵੇਗਾ ਕਿ ਸਤਿਗੁਰੂ ਜੀ ਰਾਜ ਨਹੀਂ ਮੰਗਦੇ, ਮੁਕਤੀ ਨਹੀਂ ਮੰਗਦੇ, ਤੁਹਾਡੇ ਚਰਨਾਂ ਦਾ ਪਿਆਰ ਮੰਗਦੇ ਹਾਂ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇ ਸਤਿਗੁਰੂ ਜੀ ਕਰਿਓ ਕਿ ਕਿਰਪਾ, ਆਪਣੇ ਚਰਨਾਂ ਦਾ ਪਿਆਰ ਬਖਸ਼ ਦਿਓ। ਸੋ ਭਾਗਾਂ ਵਾਲੇ ਸਤ ਸੰਗੀ ਜਨ ਸ਼ਹੀਦਾਂ ਦੇ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਤੇ ਜੁੜ ਬੈਠੇ ਹੋ। ਸੋ ਇਤਿਹਾਸ ਦੀ, ਸਾਹਿਬ ਦੇ ਬਚਨਾਂ ਦੀ ਬੇਨਤੀ ਕਰਦਿਆਂ ਹੋਈਆਂ ਨੇ। ਦਾਸ ਦੇ ਕੋਲੋਂ ਬਹੁਤ ਭੁੱਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੰਗਤਾਂ ਬਖਸ਼ਣਯੋਗ ਹਨ। ਮੁਆਫੀ ਭੁੱਲਾਂ ਦੀ। ਬੇਅੰਤ ਸ਼ਰਧਾਲੂਆਂ ਨੇ ਸਾਹਿਬ ਦੇ ਬਚਨਾਂ ਦਾ, ਇਤਿਹਾਸ ਦਾ ਸਨਮਾਨ ਕੀਤਾ। ਮਹਾਰਾਜ ਕਿਰਤ ਕਮਾਈ ਸਫਲੀ ਕਰਨ ਅਰਜ਼ ਹੈ। ਖੰਡੇ ਬਾਟੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਸੋ ਭੁੱਲਾਂ ਦੀ ਮਾਫੀ। ਆਓ ਫਤਿਹ ਦੀ ਸਾਂਝ ਕਰੀਏ ਸਤਿਗੁਰੂ ਦਾ ਬਚਨ ਮੰਨ ਕੇ। ਤੇ ਆਉਣ ਵਾਲਾ ਜਥਾ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦੇ ਜਥੇ ਦੇ ਕੋਲੋਂ ਸਤਿਗੁਰੂ ਦੀ ਅਕਾਲੀ ਬਾਣੀ ਦਾ ਕੀਰਤਨ ਸਰਵਣ ਕਰਕੇ
ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।